Good morning, students. This is Rajvinder Singh from Guru Nanak Public Senior Secondary School रैया। ਬੱਚਿਓ ਆਪਾਂ +2 ਕਲਾਸ ਦੀ ਕੈਮਿਸਟਰੀ ਦਾ ਯੂਨਿਟ ਕਰਦੇ ਪਏ ਆ ਇਲੈਕਟ੍ਰੋਕੈਮਿਸਟਰੀ। +2 ਕਲਾਸ ਦੀ ਕੈਮਿਸਟਰੀ ਦਾ ਯੂਨਿਟ ਕਰਦੇ ਪਏ ਇਲੈਕਟ੍ਰੋਕੈਮਿਸਟਰੀ ਤੇ ਅੱਜ ਆਪਣਾ ਟੌਪਿਕ ਹੈਗਾ ਵਾ ਇਲੈਕਟ੍ਰੋਲਿਟਿਕ ਕੰਡਕਟੈਂਸ। ਇਲੈਕਟ੍ਰੋਲਿਟਿਕ ਕੰਡਕਟੈਂਸ ਇਹਦੇ ਵਿੱਚ ਆਪਾਂ ਛੋਟੀਆਂ ਟਰਮਸ ਬਣਨੀਆਂ ਜਿਹਦੇ ਚੋਂ ਨੂਮੈਰੀਕਲ ਆਉਣ ਦੀ ਕਾਫੀ ਆਸ ਹੁੰਦੀ ਹੈ। ਜਿੱਦਾਂ ਪਹਿਲੀ ਟਰਮ ਆ ਗਈ ਰੈਜ਼ਿਸਟੈਂਸ। ਇਹ ਤੁਸੀਂ 10th ਵਿੱਚ ਸੁਣੀਆਂ ਟਰਮਸ ਪਰ ਉਹ ਸੈੱਲ ਦੀਆਂ ਹੀ ਜਿਹੜਾ ਸੈੱਲ ਜਿੱਦਾਂ ਹੁੰਦਾ ਜਿਹਦੇ 'ਚ ਉਹ ਇਲੈਕਟ੍ਰੋਲਿਟਿਕ ਸੋਲਿਊਸ਼ਨ ਨਹੀਂ ਹੁੰਦਾ। ਨੋਰਮਲ ਆਪਾਂ ਸੈੱਲ ਜਿਹੜਾ ਪੜ੍ਹਦੇ ਹਾਂ 10th ਕਲਾਸ ਵਿੱਚ ਉਹ ਵੱਖਰੀ ਚੀਜ਼ ਹੀ ਇਹ 'ਚ ਵੱਖਰੀ ਚੀਜ਼ ਹੈ। ਪਿਓਰ ਰੈਜ਼ਿਸਟੈਂਸ ਤੁਸੀਂ ਵਾਇਰ ਦੀ ਪੜ੍ਹੀ ਹੀ ਵੀ ਕਿੱਦਾਂ ਵਾਇਰ ਦੇ ਵਿੱਚ ਜਦੋਂ ਇਲੈਕਟ੍ਰੋਨ ਫਲੋ ਕਰਦੇ ਆ ਕਿੱਦਾਂ ਓਪੋਜੀਸ਼ਨ ਹੁੰਦੀ, ਰੁਕਾਵਟ ਪੈਦਾ ਹੁੰਦੀ ਆ, ਕਰੰਟ ਜਿਹੜਾ ਵਾ ਜਨਰੇਸ਼ਨ ਹੋਣ 'ਚ ਮੁਸ਼ਕਲ ਆਉਂਦੀ ਆ। ਇਹ ਰੈਜ਼ਿਸਟੈਂਸ ਆਪਾਂ ਵੇਖਣੀ ਜਦੋਂ ਸੋਲਿਊਸ਼ਨ ਦੇ ਵਿੱਚੋਂ ਇਲੈਕਟ੍ਰੋਨ ਮੂਵ ਕਰਦੇ ਕਿੱਦਾਂ ਦੀ ਮੁਸ਼ਕਲ ਉਹਨਾਂ ਨੂੰ ਹੁੰਦੀ ਆ। ਦੇਖੋ ਸੈੱਲ ਆਪਾਂ ਕਿੱਦਾਂ ਬਣਾਈਦਾ। ਹੁਣ ਆਪਾਂ ਉਹ ਨਹੀਂ ਬਣਾਉਣਾ ਸਾਲਟ ਬ੍ਰਿਜ ਵਾਲਾ ਗਲਵੈਨਿਕ ਸੈੱਲ ਨਹੀਂ, ਸਾਡਾ ਦੂਜਾ ਪਾਰਟ ਆ ਚੈਪਟਰ ਦਾ। ਹੁਣ ਇਲੈਕਟ੍ਰੋਲਿਟਿਕ ਸੈੱਲ ਬਣਾਉਣਾ ਆਪਾਂ ਜਿਹਦੇ ਵਿੱਚ ਸੋਲਿਊਸ਼ਨ ਦੇ ਵਿੱਚ ਦੋਨੋਂ ਰੋਡਸ ਹੁੰਦੀਆਂ। ਜਿੱਦਾਂ ਆਹ ਸੋਲਿਊਸ਼ਨ ਹੋ ਗਿਆ ਇਲੈਕਟ੍ਰੋਲਿਟਿਕ ਸੋਲਿਊਸ਼ਨ, ਇਹਦੇ ਵਿੱਚ ਹੀ ਕੈਥੋਡ ਆ ਅਤੇ ਇਹਦੇ ਵਿੱਚ ਹੀ ਐਨੋਡ ਆ। ਐਨੋਡ ਆ ਅਤੇ ਆਹ ਜਿਹੜਾ ਇਹਨਾਂ 'ਚ ਡਿਸਟੈਂਸ ਹੁੰਦਾ ਇਹਨੂੰ ਰਿਪਰਜੈਂਟ ਕਰੀਦਾ ਆਪਾਂ ਐਲ ਨਾਲ। ਐਲ ਕੀ ਆ? ਐਲ ਹੁੰਦਾ ਵਾ ਡਿਸਟੈਂਸ ਬਿਟਵੀਨ ਦਾ ਇਲੈਕਟ੍ਰੋਡਸ ਅਤੇ ਆ ਜਿਹੜਾ ਇਹਦਾ ਏਰੀਆ ਹੋਊਗਾ ਕ੍ਰੋਸ ਸੈਕਸ਼ਨ ਏਰੀਆ, ਇੰਨੀ ਕੁ ਥਿਕਨੈਸ ਜੀ ਵਾਲਾ ਏਰੀਆ ਜਿਹੜਾ ਉਹਨੂੰ ਆਪਾਂ ਰਿਪਰਜੈਂਟ ਕਰਨਾ ਕੈਪੀਟਲ ਏ ਨਾਲ। ਕੈਪੀਟਲ ਏ ਹੈਗਾ ਵਾ ਕ੍ਰੋਸ ਸੈਕਸ਼ਨ ਏਰੀਆ ਆਫ ਇਲੈਕਟ੍ਰੋਡ। ਕ੍ਰੋਸ ਸੈਕਸ਼ਨ ਏਰੀਆ ਆਫ ਇਲੈਕਟ੍ਰੋਡ। ਫਿਰ ਰੋ ਦਾ ਮਤਲਬ ਆਪਾਂ ਨੂੰ ਪਤਾ ਹੀ ਰੈਜ਼ਿਸਟੀਵਿਟੀ ਜਾਂ ਇਹਨੂੰ ਆਪਾਂ ਕੀ ਬੋਲੀਦਾ ਹੀ ਸਪੈਸੀਫਿਕ ਰੈਜ਼ਿਸਟੈਂਸ। ਇਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਫਾਰਮੂਲਾ ਬਣਨਾ R = ਰੋ L/A। ਮੈਂ ਇਹਨੂੰ ਐਕਸਪਲੇਨ ਕਰ ਦਿੰਦਾ ਕਿੱਦਾਂ, ਨੋਟ ਦੇ ਵਿੱਚ ਦੱਸ ਦਿੰਦਾ। ਜਿਹੜੀ ਰੈਜ਼ਿਸਟੈਂਸ ਆ ਉਹ ਕਿਹਦੇ 'ਤੇ ਡਿਪੈਂਡ ਕਰਨੀ? ਲੈਂਥ 'ਤੇ। ਲੈਂਥ ਨਹੀਂ, ਲੈਂਥ ਉਹ 10th ਵਿੱਚ ਆਪਾਂ ਕਹਿੰਦੇ ਸੀ। ਇੱਧਰ ਇੱਕ ਨੋਟ ਹੋਰ ਦੱਸਦਾ। ਦੇਖੋ 10th ਵਿੱਚ ਆਪਾਂ ਇਸ ਤਰ੍ਹਾਂ ਇੱਕ ਵਾਇਰ ਬਣਾ ਦੇਈਦੀ ਸੀ, ਉਹਦੀ ਕੋਈ ਨਾ ਕੋਈ ਲੈਂਥ ਹੁੰਦੀ, ਆਪਾਂ ਕਹੀਦਾ ਸੀ ਰੈਜ਼ਿਸਟੈਂਸ ਲੈਂਥ 'ਤੇ ਡਿਪੈਂਡ ਕਰਦੀ, ਲੈਂਥ ਆਫ ਕੰਡਕਟਰ। ਇੱਥੇ ਰੈਜ਼ਿਸਟੈਂਸ ਲੈਂਥ 'ਤੇ ਡਿਪੈਂਡ ਨਹੀਂ ਕਰਦੀ, ਡਿਸਟੈਂਸ ਬਿਟਵੀਨ ਇਲੈਕਟ੍ਰੋਡ। ਐਲ ਲੈਂਥ ਨਹੀਂ ਆ। 10th ਵਿੱਚ ਜਿਹੜਾ ਐਲ ਲਿਖਦੇ ਸੀ ਉਹ ਲੈਂਥ ਹੁੰਦਾ ਸੀ ਕਿਸੇ ਵਾਇਰ ਦੀ ਲੈਂਥ, ਕੰਡਕਟਰ ਦੀ ਲੈਂਥ। ਇਹ ਐਲ ਦਾ ਮਤਲਬ ਕੀ ਆ? ਡਿਸਟੈਂਸ ਬਿਟਵੀਨ ਇਲੈਕਟ੍ਰੋਡਸ। ਜਿੰਨਾ ਜ਼ਿਆਦਾ ਡਿਸਟੈਂਸ ਓਨੀ ਜ਼ਿਆਦਾ ਰੈਜ਼ਿਸਟੈਂਸ, ਕਿਉਂਕਿ ਇਲੈਕਟ੍ਰੋਨ ਨੇ ਇੱਥੋਂ ਤੁਰ ਕੇ ਇੱਥੋਂ ਤੱਕ ਜਾਣਾ, ਜਿੰਨੀ ਦੂਰੀ ਹੋਊਗੀ ਉਹਨਾਂ ਨੂੰ ਮੁਸ਼ਕਲ ਆਊਗੀ। ਫਿਰ ਆਪਾਂ ਕਹਿੰਦੇ ਨਹੀਂ ਉਹ ਕਿਤੇ ਡਿਪੈਂਡ ਕਰਦੀ ਹੀ ਏਰੀਆ ਆਫ ਵਾਇਰ 'ਤੇ। ਜਿੰਨੀ ਮੋਟੀ ਤਾਰ ਹੋਊਗੀ ਓਨੀ ਘੱਟ ਰੈਜ਼ਿਸਟੈਂਸ। ਇੱਥੇ ਆਪਾਂ ਕਹਿਣ ਡਏ ਹਾਂ ਜਿੰਨੀ ਮੋਟੀ ਰੋਡ ਹੋਊਗੀ, ਆ ਰੋਡ ਜਿੰਨੀ ਮੋਟੀ ਹੋਊਗੀ ਓਨੀ ਘੱਟ ਰੈਜ਼ਿਸਟੈਂਸ। ਜੇ ਇਹਦੀ ਥਿਕਨੈਸ ਹੋਊਗੀ ਤਾਂ ਨੇੜੇ ਆਉਣਗੇ ਅਤੇ ਇਲੈਕਟ੍ਰੋਨ ਈਜ਼ੀਲੀ ਫਲੋ ਕਰਨਗੇ। ਹੁਣ ਇਹਨਾਂ ਦੋਨਾਂ ਨੂੰ ਜੋੜ ਕੇ ਆਪਾਂ ਲਿਖ ਦਈਦਾ ਸੀ L/A, ਅਤੇ 10th ਵਿੱਚ ਵੀ ਆਪਾਂ ਇਹਨਾਂ ਨੂੰ ਜੋੜ ਕੇ L/A ਪ੍ਰਪੋਰਸ਼ਨਲ ਦਾ ਸਾਈਨ ਹਟਾ ਕੇ ਰੋ ਲਿਖ ਦਈਦਾ ਸੀ, ਅਤੇ ਅੱਜ ਵੀ ਪ੍ਰਪੋਰਸ਼ਨਲ ਦਾ ਸਾਈਨ ਹਟਾ ਕੇ ਆਪਾਂ ਕੀ ਲਿਖਦੇ ਪਏ ਹਾਂ? ਰੋ। ਫਾਰਮੂਲਾ ਸੇਮ ਆ, ਬਸ ਉਹਨੂੰ ਸਮਝਣ ਦਾ ਤਰੀਕਾ ਵੱਖਰਾ। ਇੱਥੇ ਵਾਇਰ ਦੀ ਗੱਲ ਹੁੰਦੀ, ਇੱਥੇ ਸੈੱਲ ਦੀ ਗੱਲ ਹੁੰਦੀ ਪਈ ਇੱਕ ਪੂਰੇ ਦੀ। ਠੀਕ ਹੈ। ਹੁਣ ਇਹਦੇ ਯੂਨਿਟ ਰੈਜ਼ਿਸਟੈਂਸ ਦੇ ਕੀ ਹੁੰਦੇ? ਓਮ। 10th ਵਿੱਚ ਆਪਾਂ ਕੀਤਾ ਸੀ ਓਮ ਹੁੰਦੇ ਯੂਨਿਟ ਇਹਦੇ। ਅਗਲਾ ਸੈਕਿੰਡ ਆ ਗਿਆ ਕੰਡਕਟੈਂਸ। ਦੂਸਰੀ ਟਰਮ ਆਪਾਂ ਪੜ੍ਹਨ ਲੱਗੇ ਅੱਜ ਕੰਡਕਟੈਂਸ ਹੁੰਦੀ, ਇਹਨੂੰ ਕਿਹਨਾਂ ਡਿਨੋਟ ਕਰੀਦਾ? G ਦੇ ਨਾਲ। ਇਹ ਰੈਜ਼ਿਸਟੈਂਸ ਦਾ ਰੈਸੀਪ੍ਰੋਕਲ ਹੁੰਦਾ। ਜਿੰਨੀ ਜ਼ਿਆਦਾ ਰੈਜ਼ਿਸਟੈਂਸ ਓਨੀ ਘੱਟ ਕੰਡਕਟੈਂਸ, ਜਿੰਨੀ ਘੱਟ ਰੈਜ਼ਿਸਟੈਂਸ ਓਨੀ ਜ਼ਿਆਦਾ ਕੰਡਕਟੈਂਸ। ਆਪਾਂ ਕਹਿ ਸਕਦੇ ਹਾਂ ਇਟ ਇਜ਼ ਦਾ ਰੈਸੀਪ੍ਰੋਕਲ ਆਫ ਰੈਜ਼ਿਸਟੈਂਸ। G ਕੀ ਆ ਗਿਆ? 1/R। ਰੈਸੀਪ੍ਰੋਕਲ ਆ, ਇੱਦਾਂ ਲਿਖਾਂਗੇ। ਫਿਰ ਇਹਨੂੰ ਥੋੜ੍ਹਾ ਹੋਰ ਅੱਗੇ ਦੇਖਦੇ ਹਾਂ ਫਾਰਮੂਲਾ ਵਧੀਆ ਤਰੀਕੇ ਨਾਲ ਬਣਾ ਕੇ।
आर दा फार्मूला आपां हुणे लिखिया, आर हुंदा वा रो एल बाई ए, इत्थे लिखदा वा रो एल बाई ए उपर चल जूगा, जी इज इक्वल टू ए रो ते एल, जां इनू मैं कह सकदा जी इज इक्वल टू 1 बाई रो मल्टीप्लाई बाई ए बाई एल, थोड़ा समझ आ जाऊगा, इदां लिख लियो। इहदे यूनिट की होणगे, ਇਹ ਕਿਹਦਾ ਪੁੱਠਾ ਵਾ, ਰੈਜ਼ਿਸਟੈਂਸ ਦਾ, ਰੈਜ਼ਿਸਟੈਂਸ ਦੇ ਓਮ ਹੀ ਤੇ ਇਹਦੇ ਓਮ ਇਨਵਰਸ ਹੋ ਜਾਣਗੇ। ਓਮ ਇਨਵਰਸ ਵੀ ਲਿਖ ਸਕਦੇ ਜਾਂ ਇਹਨੂੰ ਪੁੱਠਾ ਲਿਖ ਦਿਓ, ਓਮ ਨੂੰ ਪੁੱਠਾ ਲਿਖਣਾ ਐਮ ਪਹਿਲੋਂ ਲਿਖ ਦਿਓ, ਐਚ ਬਾਅਦ 'ਚ ਤੇ ਓ, ਐਮ ਐਚ ਓ ਵੀ ਲਿਖ ਸਕਦੇ, ਜਾਂ ਓਮ ਦੇ ਉੱਪਰ ਇਨਵਰਸ ਜਾਂ ਐਮ ਐਚ ਓ ਇਕੱਲਾ ਲਿਖ ਸਕਦੇ ਤੁਸੀਂ। ਤੀਸਰੀ ਟਰਮ ਆ ਗਈ ਸਪੈਸੀਫਿਕ ਕੰਡਕਟੈਂਸ, ਸਪੈਸੀਫਿਕ ਕੰਡਕਟੈਂਸ ਜਾਂ ਆਪਾਂ ਇਹਨੂੰ ਬੋਲਾਂਗੇ ਕੰਡਕਟੀਵਿਟੀ। ਕੰਡਕਟੀਵਿਟੀ ਇਹਨੂੰ ਕਿਹਨਾਂ ਡਿਨੋਟ ਕਰੀਦਾ ਜੇ, ਕਾਪਾ ਨਾਲ। ਇੱਦਾਂ ਕੇ ਹੁੰਦਾ ਤੇ ਕੇ ਦਾ ਆਪਾਂ ਕਿੱਦਾਂ ਪ੍ਰੋਨਾਊਂਸੀਏਸ਼ਨ ਕਰੀਦੀ, ਕਾਪਾ ਹੁੰਦਾ। ਹੁਣ ਆਪਾਂ ਇਹਨੂੰ ਕੀ ਕਹਿ ਸਕਦੇ ਹਾਂ, ਇਟ ਇਜ਼ ਦਾ, ਇਹ ਰੈਸੀਪ੍ਰੋਕਲ ਹੁੰਦਾ ਜੇ ਰੈਜ਼ਿਸਟਿਵਿਟੀ ਦਾ, ਇਟ ਇਜ਼ ਰੈਸੀਪ੍ਰੋਕਲ ਆਫ ਸਪੈਸੀਫਿਕ ਰੈਜ਼ਿਸਟੈਂਸ, ਸਪੈਸੀਫਿਕ ਰੈਜ਼ਿਸਟੈਂਸ ਦਾ ਰੈਸੀਪ੍ਰੋਕਲ ਆ, ਜਾਂ ਆਪਾਂ ਕਹਿ ਸਕਦੇ ਆ ਸਪੈਸੀਫਿਕ ਰੈਜ਼ਿਸਟੈਂਸ ਤੇ ਰੈਜ਼ਿਸਟਿਵਿਟੀ ਇੱਕੋ ਹੀ ਆ, ਰੈਜ਼ਿਸਟਿਵਿਟੀ ਦਾ ਰੈਸੀਪ੍ਰੋਕਲ ਆ। ਕਾਪਾ 1 ਬਾਈ ਰੋ ਆ ਗਿਆ, ਕਿ ਉਸੇ ਤਰ੍ਹਾਂ ਰੋ ਦਾ ਫਾਰਮੂਲਾ, ਰੋ ਦੀ ਵੈਲਿਊ ਇੱਥੋਂ ਕੱਢ ਲਈਏ, ਕੀ ਆ ਜਾਊਗਾ ਸਾਨੂੰ ਪਤਾ, ਆਰ ਕਿਹਦੇ ਬਰਾਬਰ, ਰੋ ਐਲ ਬਾਈ ਏ, ਆਰ ਕਿਹਦੇ ਬਰਾਬਰ, ਰੋ ਐਲ ਬਾਈ ਏ, ਤੇ ਰੋ ਕੀ ਆ ਜਾਊਗਾ, ਆਰ ਇੰਟੂ ਏ ਬਾਈ ਐਲ, आर इंटू ए बाई एल, इत्थे भरीए आर इंटू ए जिहड़ा हेठां एल उपर चल जूगा, कि आ गया 1 बाई आर एल बाई ए। 1 बाई आर नूं की लिखदे आपां, 1 बाई आर नूं लिखीदा जी ते एल बाई ए नूं की लिखना, जी दे उपर स्टार पा देना, जी स्टार हुंदा सैल कॉन्सटेंट, सैल कॉन्सटेंट। अब बड़े वधिया रिलेशन ने, ये सारे फार्मूले तुहाडे दिमाग 'च बैठे रहन। कापा दा की फार्मूला हुंदा, क्योंकि हर एक चीज़ ते 10th वाली नहीं रहनी, सिर्फ तुहानूं पहली चीज़ सौखी जी लगी होनी रजिस्टेंस, ये तो 10th वाला वा। हुण जिद्दां जिन्ना क साडा लैवल है +2 क्लास है, सानूं अगे अगे चीज़ां पता होणियां चाहिए कित्थों बनी जांदियां। फिर के जिहड़ा वा, के की ही स्पैसीफिक कंडक्टेंस, स्पैसीफिक कंडक्टेंस, जी की हैगा ही कंडक्टेंस ते जी स्टार की हैगा सैल कॉन्सटेंट। हुण इहदे यूनिट बनाउने आपां, यूनिट बनाउने आ SI यूनिट के दे, ये तुहानूं 1 नंबर च ऑब्जैक्टिव टाइप या मल्टीपल चॉइस क्वेश्चन हो सकता वा। SI यूनिट ऑफ के दा मतलब कापा, कापा नूं की कहीदा कंडक्टिविटी या स्पैसीफिक कंडक्टेंस। के किहड़े बन सकदे, जां ते इहदा बन सकदा वा जिद्दां इहदा फार्मूला लिखदा 1 बाई आर एल बाई ए। हुण 1 बाई आर हैगा वा, 1 आर दा हुंदा ओम, एल हुंदा मीटर, एरिया हुंदा मीटर स्क्वेयर। ओम उपर जाके ओम इनवर्स बन गया, तो 1 मीटर ना 1 मीटर कट्टिया गया, मीटर का इनवर्स बन गया। जां इदां लिख सकते, जां तुसीं लिख सकते ओम इनवर्स नूं MHO भी लिख लईदा ते मीटर इनवर्स। एक तो आ यूनिट हो गया, जां हो सकता ये सेंटीमीटर च होवे, ओम इनवर्स सेंटीमीटर इनवर्स हो जू, जां MHO सेंटीमीटर, मीटर का सेंटीमीटर बनाता जे CGS यूनिट है तो आ SI यूनिट होंगे, CGS होंगे आ, जिदा C का मतलब सेंटीमीटर, G का ग्राम तो S का सैकेंड होंगे। तो जां आपां इन्ने लम्बे चौड़े चक्करां च नहीं पैंदे, आपां सीधा एक यूनिट याद रखना सीमन, ठीक है, आ याद रख लो। ओम इनवर्स सेंटीमीटर इनवर्स कट्ठे नूं बोल लईदा सीमन, आ वर्ड पूरा याद रख लियो, ठीक है। अज आपां की कीता देखो, आपां सिर्फ 3 कल तो ये नमैरिकल करने आपां, मैं एक नोट भी दस ही देवां, फिर नमैरिकल च मुश्किल ना आऊगा। कंडक्टिविटी होवे जां स्पैसीफिक कंडक्टिविटी होवे,
ਇਹ ਐਡੀਟਿਵ ਹੁੰਦੀਆਂ, ਇਹਨਾਂ ਨੂੰ ਆਪਾਂ ਐਡ ਕਰ ਸਕਦੇ। ਜਿੱਦਾਂ ਆਪਾਂ ਐਡ ਕਰੀਦਾ ਨਾ 3 + 4 7 ਹੋ ਗਏ, ਇਹਨਾਂ ਨੂੰ ਵੀ ਆਪਾਂ ਐਡ ਕਰ ਸਕਦੇ ਹਾਂ। ਜਿੱਦਾਂ ਕਾਪਾ ਨੂੰ ਆਪਾਂ ਐਡ ਕਰ ਸਕਦੇ ਹਾਂ, K1 ਅਤੇ K2 ਨੂੰ ਐਡ ਕਰ ਸਕਦੇ, K3 K4 ਨੂੰ ਐਡ ਕਰ ਸਕਦੇ। ਇਹ ਐਡੀਟਿਵ ਨੇਚਰ ਦੀਆਂ ਹੁੰਦੀਆਂ, ਯਾਦ ਰੱਖਿਓ। ਕੱਲ੍ਹ ਆਪਣਾ ਨੁਮੈਰੀਕਲ ਇਸ ਨੋਟ ਤੋਂ ਹੀ ਸ਼ੁਰੂ ਹੋਊਗਾ। ਹੁਣ ਦੇਖਿਓ ਆਪਾਂ ਕੀਤਾ ਕੀ ਰੈਜ਼ਿਸਟੈਂਸ ਪੜ੍ਹੀ, ਅੱਜ ਥੋੜ੍ਹਾ ਸੌਖਾ ਹੀ। ਕੰਡਕਟੈਂਸ ਪੜ੍ਹੀ, ਜੇ ਧਿਆਨ ਦਿਓਗੇ ਵੀ ਪਤਾ ਲੱਗ ਗਿਆ ਹੋਊਗਾ। ਕੰਡਕਟੀਵਿਟੀ ਕਾਪਾ ਦਾ ਨਾ ਯਾਦ ਰੱਖਿਓ, ਜ਼ਰੂਰ ਭੁੱਲੇ ਨਾ ਇਹ ਤੁਹਾਨੂੰ, ਅਤੇ ਯੂਨਿਟ ਨਹੀਂ ਭੁੱਲਣੇ ਚਾਹੀਦੇ। ਇਹ 'ਚੋਂ ਕੁਐਸਚਨ ਤੁਹਾਨੂੰ ਲੱਭੂਗਾ ਫਾਈਨਲ ਵਿੱਚ। ਥੈਂਕ ਯੂ।